भाई फोकस होना दे अपना। अब नोट करो जी, पोजीशन ऑफ ऑब्जेक्ट एट द प्रिंसिपल फोकस। पोजीशन ऑफ ऑब्जेक्ट एट द प्रिंसिपल फोकस। प्रिंसिपल फोकस एफ होता है, ठीक है जी। चलो जी, इधर नहीं है, डायग्राम ड्रा करते हैं। इतने डायग्राम ड्रा होनी चाहिए। चलो पता ये कर लेते हैं। सो देखो जी, कन्वेयर की गल होती है, कन्वेयर ड्रा करना है। उस तो बाद आउटर साइड दी पॉलिश है, सेंटर ਦੇ ਵਿੱਚ ਇੱਕ ਲਾਈਨ ड्रा करनी, प्रिंसिपल एक्सरसाइज बोलते हैं। ਇਹ वाला ਸਾਡਾ पॉइंट ਜਿਹੜਾ कोर पॉइंट है, ਇੱਥੇ ਕੁਝ प्रिंसिपल फोकस बना लिया है, ਇੱਥੇ ਤੁਸੀਂ सेंटर ऑफ कर्वेचर बना लिया। सो देखो जी, ਇਹਦੇ ਵਿੱਚ ਸਾਡੀ ਕੰਡੀਸ਼ਨ ਕੀ ਹੈ? पोजीशन ऑफ ऑब्जेक्ट एट द प्रिंसिपल फोकस। सो साडे प्रिंसिपल फोकस ਉੱਤੇ ਕੀ ਹੈ ਜੀ? ਸਾਡਾ ऑब्जेक्ट प्लेस है ਇੱਥੇ, ਇਸ ਜਗ੍ਹਾ ਦੇ ਉੱਤੇ ਇਹ ਵੀ ਸਾਡਾ ऑब्जेक्ट प्लेस है। सो देखो जी, ਇਹਦੇ ਵਿੱਚ पोजीशन ऑफ इमेज ਕੀ ਹੋਊਗੀ? सो पोजीशन ऑफ इमेज ਦੇ ਵਿੱਚ ਨੋਟ ਕਰਨੀ है। ਇਹ ਆ ਜੀ ਤੁਹਾਡੀ ਇਨਫਾਈਨਾਈਟ। ਇਹ ਤੁਹਾਡੀ ਆ ਜੀ ਇਨਫਾਈਨਾਈਟ। ਇਹਦੇ ਵਿੱਚ ਜਿਹੜੇ ਇੱਕ ਮਿੰਟ ਵੇਖੋ ਜੀ, ਇਹਦੇ ਵਿੱਚ ਜਿਹੜੀ ਇਮੇਜ ਬਣੂਗੀ ਇਦਾਂ ਹੋਊਗੀ, ਪਤਾ ਹੀ ਸਾਨੂੰ ਕਿੱਥੇ ਜਾਣੀ ਹੈ। ਇਹ ਲਾਈਨ ਸਿੱਧੇ ਬੈਕਟੀਵਿਟੀ ਨਹੀਂ ਕਰਨੀ, ਇਸ ਕਰਕੇ ਇੱਥੇ ਜਿਹੜੀ ਤੁਹਾਡੀ ਇਮੇਜ ਬਣੂਗੀ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਇਨਫਾਈਨਾਈਟ, क्योंकि जी लाइन लगी हुई है ना, जो परफेक्ट हो गए वो सीधी तुरी जाती है। और इस करके जो पोजीशन ऑफ इमेज है वो राइट होगा, कोई वैल्यू नहीं, पता नहीं कितने इमेज बननी है। और ਉਹਦਾ भी एप्लीकेशन होती है। आ साडे गड्डी ਦੇ शीशे लगे होंगे वेखण वास्ते, पिछे देखो आ गड्डी ਦੇ ਵਿੱਚ ਲੱਗੇ ਹੁੰਦੇ शीशे पिछे वेखण वास्ते, ਉਹਦੇ ਵਿੱਚ ਇਹ बड़ा यूज होता। बहुत दूर का इमेज दिखा देता लगे, ठीक है जी। बहुत दूर चीज आती है ना, वो शीशे देखती होंगी है कि बहुत चीज आती है, ठीक है जी। सवाल जी नोट कर लो जी, ਤੁਹਾਡਾ ਇਹ ਵਾਲਾ ਤੁਹਾਡਾ ऑब्जेक्ट है जी, और ਜਿਹੜੀ ਇਮੇਜ ਬਣੂਗੀ ਇੱਥੇ ਬਣੂਗੀ, कैसे ਤੇ ਇਨਫਾਈਨਾਈਟ ਬਣੂਗੀ, ਸਾਨੂੰ ਪਤਾ ਨਹੀਂ ਚੱਲਦਾ। ਸੋ ਇੱਥੇ ਤੁਸੀਂ ਨੋਟ ਕਰ ਲਓ ਪੋਜੀਸ਼ਨ ਆਫ ਇਮੇਜ ਦੇ ਵਿੱਚ, ਪੋਜੀਸ਼ਨ ਆਫ ਇਮੇਜ ਐਟ ਇਨਫਿਨਿਟੀ, ਇਨਫਿਨਿਟੀ ਜਾਂ ਇਨਫਾਈਨਾਈਟ, ਠੀਕ ਹੈ ਜੀ। ਇਨਫਿਨਿਟੀ ਦਾ ਇਹਦਾ ਸਾਈਨ ਹੁੰਦਾ ਜੀ ਪੁੱਠਾ 8 ਹੁੰਦਾ ਵਾ। ਇਹ ਸਾਨੂੰ ਪੋਜੀਸ਼ਨ ਆਫ ਜਿਹੜੀ ਇਮੇਜ ਹੈ ਉਹ ਪਤਾ ਨਹੀਂ ਕਿੱਥੇ ਬਣ ਜਾਣੀ ਹੈ। ਸੋ ਉਸ ਤੋਂ ਬਾਅਦ ਨੇਚਰ ਆਫ ਇਮੇਜ ਦੇਖ ਲਓ। ਨੇਚਰ ਆਫ ਇਮੇਜ ਕਿਹੜਾ ਹੋਊਗਾ ਇਹਦੇ ਵਿੱਚ? ਪਹਿਲੀ ਗੱਲ ਤੇ ਇਹਦੇ ਵਿੱਚ ਰੀਅਲ ਬਣੂਗੀ, ਰੀਅਲ ਇਮੇਜ ਬਣੂਗੀ। ਉਸ ਤੋਂ ਬਾਅਦ ਇਨਵਰਟਰ ਬਣੂਗੀ, ਇਨਵਰਟਰ ਬਣੂਗੀ। और उस तो बाद इन्वर्टर नहीं तो उल्टा, उस तो बाद सारा कैटेगरी हाँ जी इन्वर्टर उल्टी जिवें इधर को ऑब्जेक्ट इधर है, इमेज इधर बन गई, उल्टी कर दी। जब यार ये भी है ना, वो करके खाई देना। यस ऐसे सीधा ए इधर सीधा उधर वो तरफ ये उठा लेता ये। और देखो ये लगा साइज है, साइज ऑफ इमेज दिया जी, साइज ऑफ इमेज भी इंक्रीज हो जाएगा। देख लो साइज ऑफ इमेज बिगर देन ऑब्जेक्ट, ये भी मैग्नीफाइड कर सकते हैं, थोड़ा बहुत मैग्नीफिकेशन हो जाती है, मैग्नीफिकेशन हो जाती है। सो उस तो बाद देखो जी, सॉरी एक मिनट जी, आना पॉइंट ऐसा लिखा है साइज ऑफ इमेज रियल इन्वर्टेड, एक मिनट जी मैं तो उल्टा हो गया है, आ दूसरे का रहता अपन उल्टा दो, वह इनफाइनाइट ठीक है, इनफाइनाइट नहीं होगा। देख लो एक्सट्रीमली मैग्नीफाइड, क्योंकि तुम दस रहा है ना कि ਜਿਹੜੀਆਂ ਖੜੀ ਗੱਡੀਆਂ ਦੇ ਸ਼ੀਸ਼ੇ ਲੱਗੇ ਹੁੰਦੇ ਬਾਹਰੋਂ ਵੇਖਣ ਵਾਸਤੇ, क्योंकि ਜਿਹੜਾ ਦੂਰ ਆਬਜੈਕਟ ਹੈ ਉਹਨੂੰ ਨਿੱਕਾ ਦਿੰਦਾ ਵਾ, ਬਟ ਇਹ ਉਹਦਾ ਸਾਈਜ਼ ਇਨਕਰੀਜ਼ ਕਰ ਦਿੰਦੇ, ਇਸ ਕਰਕੇ ਲਿਖਿਆ ਵਾ ਐਕਸਟ੍ਰੀਮਲੀ ਵੀ ਬਹੁਤ ਜ਼ਿਆਦਾ।
ਐਕਸਟ੍ਰੀਮਲੀ ਮੈਗਨੀਫਾਈਡ ਮੀਨ ਜਿਹੜਾ ਆਬਜੈਕਟ ਸਾਈਜ਼ ਹੈ ਉਹਦੇ ਕੰਪੈਰੀਜ਼ਨ ਜਿਹੜਾ ਇਮੇਜ ਸਾਈਜ਼ ਹੈ ਬਹੁਤ ਜ਼ਿਆਦਾ ਵੱਡਾ ਬਣਦਾ ਐਸਾ ਕਿ ਉਹਦਾ ਸਾਈਜ਼ ਜਿਹੜਾ ਵਾ ਕੁਝ ਗੁਣਾ ਇਨਕਰੀਜ਼ ਹੋ ਜਾਂਦਾ ਵਾ ਇਸੇ ਕਰਕੇ ਲਿਖਿਆ ਵਾ ਐਕਸਟ੍ਰੀਮਲੀ ਮੈਗਨੀਫਾਈਡ ਮੀਨਸ ਜਿਹੜਾ ਇਮੇਜ ਸਾਈਜ਼ ਹੈ ਗ੍ਰੇਟਰ ਦੈਨ ਆਬਜੈਕਟ ਸਾਈਜ਼ ਹੋ ਆਬਜੈਕਟ ਤੋਂ ਬਹੁਤ ਵੱਡਾ ਸਾਈਜ਼ ਹੋਊਗਾ ਇਸ ਕਰਕੇ ਐਕਸਟ੍ਰੀਮਲੀ ਮੈਗਨੀਫਾਈਡ ਐਪਲੀਕੇਸ਼ਨ ਦੇਖੋ ਜੀ ਕਿੱਥੇ ਯੂਜ਼ ਹੁੰਦਾ ਹੈ ਸੋ ਉਹਦੇ ਵਾਸਤੇ ਨੋਟ ਕਰ ਲਓ ਦੇਖੋ ਜੀ ਪਹਿਲੀ ਐਪਲੀਕੇਸ਼ਨ ਹੈ ਟਾਰਚ ਸਾਡੇ ਘਰ ਵਿੱਚ ਟਾਰਚਾਂ ਹੁੰਦੀਆਂ ਚੰਨ ਲਗਾਉਣ ਵਾਸਤੇ ਬੈਸਟ ਐਗਜ਼ਾਮਪਲ ਹੈ ਉਸ ਤੋਂ ਬਾਅਦ ਹੈਡਲਾਈਟਸ ਗੱਡੀਆਂ ਦੇ ਜਿਹੜੀ ਹੈਡਲਾਈਟ ਲੱਗੀ ਹੁੰਦੀ ਹੈ ਬਈ ਗੱਡੀਆਂ ਦੀ ਹੈਡਲਾਈਟ ਉਹਦਾ ਚੈਨਲ ਉਹ ਉਹਨੂੰ ਪਤਾ ਕਿੱਥੇ ਕਰ ਜਾਂਦਾ ਪਰ ਜਾਂਦਾ ਹੁੰਦਾ ਕੋਈ ਲਿਮਟ ਹੁੰਦੀ ਹੈ ਨਹੀਂ ਲਿਮਟ ਇਸ ਕਰਕੇ ਰਿਫਾਈਨਡ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਇਮੇਜ ਬਣੂਗੀ ਰਿਫਾਈਨਡ ਅਗਰ ਟਾਰਚ ਜਿਹੜੀ ਸਾਡੀ ਮੋਬਾਈਲ ਦੇ ਉੱਤੇ ਟਾਰਚ ਹੁੰਦੀ ਹੈ ਹਾਂ ਪਤਾ ਨਹੀਂ ਕਿੱਥੇ ਤੱਕ ਜਾਵੇ ਸਾਨੂੰ ਕੋਈ ਨਹੀਂ ਪਤਾ ਯਾਰ ਸਾਨੂੰ ਜਿੰਨੀ ਕਿ ਸਾਡੀ ਵਿਜ਼ਿਬਿਲਟੀ ਸਾਨੂੰ ਉਹਨਾਂ ਨੂੰ ਦੇਖਦਾ ਵਾ ਕਈ ਵਾਰ ਤੁਸੀਂ ਵੇਖਿਆ ਹੋਊਗਾ ਤੁਸੀਂ ਹਨੇਰੇ ਦੇ ਵਿੱਚ ਜਾਂਦੇ ਦੇਖਦੇ ਬਾਬਾ ਜਗਦਾ ਉਹ ਤੁਹਾਨੂੰ ਕਿਹਾ ਤੁਹਾਡੇ ਦਾ ਅੱਖਾਂ ਤੱਕ ਰੋਸ਼ਨੀ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਘਰ ਆ ਜਾਂ ਕੁਝ ਇਦਾਂ ਕਰਕੇ ਦੂਰੋਂ ਪਤਾ ਲੱਗਣ ਸ਼ੁਰੂ ਹੋ ਜਾਂਦਾ ਵਾ ਉਹਦਾ ਕੀ ਕਾਰਨ ਹੈ ਕਿ ਜਿਹੜਾ ਉਹ ਉਹਦੇ ਵਿੱਚ ਬਲਬ ਗਲੋ ਕਰਦਾ ਪਿਆ ਵਾ ਉਹਦੀ ਰੋਸ਼ਨੀ ਬਹੁਤ ਦੂਰ ਤੱਕ ਜਾਂਦੀ ਪਈ ਹੈ ਮੀਨਸ ਉਹਦੀ ਜਿਹੜੀ ਇਮੇਜ ਆ ਉਹ ਇਨਫਿਨਿਟੀ ਤੇ ਬਣਦੀ ਪਈ ਹੈ ਇਨਫਾਈਨਾਈਟ ਡਿਸਟੈਂਸ ਜਾਂਦਾ ਠੀਕ ਹੈ ਜੀ ਇਸ ਕਰਕੇ ਇਹਦੀਆਂ ਬੈਸਟ ਐਗਜ਼ਾਮਪਲ ਹੈ ਟਾਰਚ ਔਰ ਹੈਡਲਾਈਟ ਠੀਕ ਹੈ ਜੀ ਚਲੋ ਜੀ ਨੈਕਸਟ ਦੇਖੋ ਨੈਕਸਟ ਹੈਗਾ ਜੀ ਪੋਜੀਸ਼ਨ ਆਫ ਆਬਜੈਕਟ ਇਹਨੂੰ ਬਣਾਉਣ ਲੱਗਾ ਠੀਕ ਇਹਦੇ ਹੈਗੇ ਆ ਤੇ ਉਹ ਜਿਹੜੇ ਪੰਜ चलो शॉर्ट नंबर नोट करो शॉर्ट नंबर ਦੇ ਵਿੱਚ ਪਹਿਲਾਂ ਤੁਸੀਂ ਨੋਟ ਕਰਨਾ ਹੋਗਾ ਪੋਜੀਸ਼ਨ ਆਫ ਆਬਜੈਕਟ ਇਹ ਨੋਟ ਕਰੋ ਜੀ ਇਹਨਾਂ ਬਿਟਵੀਨ ਪੋਜੀਸ਼ਨ ਆਫ ਆਬਜੈਕਟ ਪਲੇਸ ਇਨ ਬਿਟਵੀਨ ਪ੍ਰਿੰਸੀਪਲ ਫੋਕਸ ਜਾਂ ਫੋਕਸ ਐਂਡ ਦਾ ਸੈਂਟਰ ਆਫ ਕਰਵੇਚਰ ਇਹ ਐਕਟਿਵ ਐਫ ਦੇ ਸੈਂਟਰ ਦੇ ਵਿੱਚ ਐਂਡ ਸੈਂਟਰ ਆਫ ਕਰਵੇਚਰ सेंटर ऑफ कर्वेचर ਜਿਹੜਾ ਕੈਪੀਟਲ ਸੀ ਲਿਖਦੇ ਨੇ और उसको बाद देखो जी पोजीशन ऑफ इमेज ਜਿਹੜੀ ਹੈ ਪਹਿਲਾਂ ਡਾਇਗਰਾਮ ਨਾਲ ਕ੍ਰੀਏਟ ਕਰ ਲੈਂਦੇ ਹਾਂ ਕਨਕੇਵਰ ਦੀ ਗੱਲ ਹੁੰਦੀ ਹੈ ਕਨਕੇਵ ਬਣਾ ਲਓ ਆਪੋਜ਼ਿਟ ਜਿਹੜੀ ਪੋਲਿਸ਼ ਕਰ ਲਓ ਦੇਖੋ ਪ੍ਰਿੰਸੀਪਲ ਐਕਸਿਸ ਲਾਈਨ ਆ ਗਈ ਇਹ ਸਾਡਾ ਕੋਰ ਪੁਆਇੰਟ ਆ ਗਿਆ ਫੋਕਸ ਆ ਗਿਆ ਸੈਂਟਰ ਆਫ ਕਰਵੇਚਰ ਆ ਗਿਆ ਸੋ ਇੱਥੇ ਸਾਡਾ ਆਬਜੈਕਟ ਹੋਊਗਾ ਇਸੇ ਵਾਲੇ ਤੇ ਇੱਥੇ ਸਾਡਾ ਆਬਜੈਕਟ ਹੈ ਔਰ ਨਾਮ ਦੇ ਦਿਓ AB ਹੈ ਠੀਕ ਹੈ ਜੀ ਇਹ ਸਾਡਾ ਆਬਜੈਕਟ ਆ ਗਿਆ ਉਸ ਤੋਂ ਬਾਅਦ ਦੇਖੋ ਜੀ ਜਿਹੜੀ ਇਮੇਜ ਬਣੂਗੀ ਇਮੇਜ ਕਿੱਥੇ ਬਣੂਗੀ ਉਹ ਅਸੀਂ ਡਰਾ ਕਰਨੀ ਹੈ सो देखो जी इमेज बनूगी इमेज जी ਇੱਥੇ ਬਣੂਗੀ ਇਸ ਜਗ੍ਹਾ ਦੇ ਉੱਤੇ ਮੰਨ ਲਓ ਇੱਥੇ ਬਣੂਗੀ ਕਹਿ ਸਕਦੇ ਹਾਂ ਬਿਯੋਂਡ ਦਾ ਜੀ ਅੱਗੇ ਬਿਯੋਂਡ ਦਾ ਜੀ ਕੀ ਬੋਲਦੇ ਬਿਯੋਂਡ ਬੋਲਦੇ ਅੱਗੇ ਜਿਵੇਂ ਮੰਨ ਲਓ ਆਪ ਨੂੰ ਬੈਠਾ ਤੇਰੇ ਤੋਂ ਅੱਗੇ ਜਾ ਕੇ ਮੈਂ ਮੰਨ ਲਓ ਇਹਨੂੰ ਛੋੜਦਾ ਪਿਆ ਇਦਾਂ ਕਰਕੇ ਤੇਰੇ ਤੋਂ ਅੱਗੇ ਜਾ ਕੇ ਡਿੱਗਦਾ ਵਾ ਇਹਨੂੰ ਕਹਿ ਸਕਦੇ ਬਿਯੋਂਡ ਦਾ ਜਵਾਬ ਠੀਕ ਹੈ ਜੀ ਕੋਈ ਜਿਹੜਾ ਕੰਮ ਜਿਵੇਂ ਤੁਸੀਂ ਇਹਦੇ ਵਿੱਚ ਆ ਤੁਹਾਡਾ ਕਮਰਾ ਵਾ ਕਮਰੇ ਤੋਂ ਬਾਹਰ ਕੋਈ ਵੱਟਾ ਵਗੈਰਾ ਸੁੱਟਦੇ ਜੀ ਤੁਸੀਂ ਕਹਿ ਸਕਦੇ ਕਿ ਜਿਹੜਾ ਵੱਟਾ ਵਾ ਉਹ ਬਿਯੋਂਡ ਦਾ ਰੂਮ ਚਲ ਗਿਆ ਬਿਯੋਂਡ ਦਾ ਅੱਗੇ ਪਾਰ ਠੀਕ ਹੈ ਜੀ ਜਾਂ ਉਸ ਤੋਂ ਜ਼ਿਆਦਾ ਕਹਿ ਸਕਦੇ ਜਿਵੇਂ ਇਦਾਂ ਕਹਿ ਸਕਦੇ ਨੇ ਵੇਖੋ ਇਹਦੀ ਲੈਂਥ ਇੰਨੀ ਹੈ ਜਿਹੜਾ ਮੇਰਾ ਉੱਤੇ ਕਵਰ ਪਿਆ ਵਾ ਉਹਦੀ ਲੈਂਥ ਕੀ ਹੈ ਜੀ ਬਿਯੋਂਡ ਦਾ ਬੈਂਚ ਬਿਯੋਂਡ ਦਾ ਲੈਂਥ ਹੋ ਬੈਂਚ ਇਦਾਂ ਕਰਕੇ ਜਿਵੇਂ ਆਹ ਚੀਜ਼ ਹੈ ਇਹਦੇ ਵਿੱਚ ਵੇਖੋ ਮੇਰਾ ਹੱਥ ਹੈ ਜਿਹੜਾ ਤੇਰਾ ਮੋਬਾਈਲ ਤੋਂ ਬਾਹਰ ਜਾਂਦਾ ਪਿਆ ਇਹ ਵੀ ਦੀ ਐਗਜ਼ਾਮਪਲ ਹੋ ਸਕਦੀ ਹੈ ਉਸ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਸਨਸ਼ੀਟ ਪਈ ਹੁੰਦੀ ਹੈ ਨਾ ਲੈਂਟਰ ਜਿਹੜਾ ਥੋੜਾ ਅੱਗੇ ਵਧਾ ਕੇ ਪਾਇਆ ਹੁੰਦਾ ਹੁੰਦੇ ਆ ਨਾ ਉਹ ਵੀ ਕਹਿ ਸਕਦੇ ਆ ਕਿ ਜਿਹੜਾ ਕਾਲਮ ਹੈ ਉਹਦੀ ਲੈਂਥ ਬਿਯੋਂਡ ਦਾ ਕਹਿ ਸਕਦੇ ਬਿਯੋਂਡ ਦਾ ਬੋਰਡ ਹੈ ਬਿਯੋਂਡ ਦਾ ਬੋਰਡ ਕਹਿ ਸਕਦੇ ਜਾਂ ਬਿਯੋਂਡ ਦਾ ਕਾਲਮ ਕਹਿ ਸਕਦੇ ਕੋਈ ਚੀਜ਼ ਜਿਹੜੀ ਅੱਗੇ ਜਾ ਕੇ ਹੁੰਦੀ ਹੈ ਜਿਵੇਂ ਇਦਾਂ ਦੀ ਗੱਲ ਕਰ ਲਓ ਜਿਵੇਂ ਆ ਹੁਣ ਇਹ ਮੋਬਾਈਲ ਆ
वाई जो थोड़ा अगे जाता है। सो यदी लेंथ जी बियोंड का बेंच लेंथ है। ठीक है जी, चलो नोट कर लो। पोजीशन ऑफ इमेज की है जी बियोंड का सेंटर ऑफ कर्वेचर, बियोंड का सेंटर ऑफ कर्वेचर। तो बियोंड का देखो जी अगे या फिर देख सकते परे, बेस्ट में द वर्ड यूज होता परे, वो तो अगे की गल होती है। सो ये जी ये वाला ऑब्जेक्ट इमेज बनूगी फिर बनूगी और कन्वर्टेड बनूगी। ਇਹਨੂੰ ਮੰਨ ਲਓ ਤੁਸੀਂ ਇਹ ਤੁਹਾਡਾ a ਡੈਸ਼ ਹੋ ਗਿਆ, b ਡੈਸ਼ ਇੱਥੇ ਆ, ਇਹ ਤੁਹਾਡੀ ਇਮੇਜ ਬਣ ਗਈ। और ਜਿਹੜੀ ਇਮੇਜ ਰੀਅਲ ਹੈ ਮਤ ਕੋਲਿਆ, ਕਿਉਂਕਿ ਵੇਖੋ ਇਹ ਫਰੰਟ ਸਾਈਡ ਹੈ, ਬਾਹਰ ਇਧਰ ਬਣ ਗਈ ਹੈ, फ्रंट साइड बन गई किहड़ी होगी रियल होगी। और किहड़ी पोजीशन बन गई, इरेक्ट बन गई या कन्वर्टेड बन गई है, कन्वर्टेड उल्टी बन गई है, इसलिए कन्वर्टेड हो गई। इस तरह की डी डैश इधर लिखी है, ठीक है जी, कन्वर्टेड हो गई। इसका साइज भी बड़ा होगा, नाल नोट कर सकते हैं मैग्नीफाइड या मैग्नीफाइड या बिगर साइज देन ऑब्जेक्ट साइज, ये मैं नोट ही कर सकता हूं। सो ये आई कभी इमेज बनूगी रियल बनूगी, क्योंकि इमेज आर प्लेस्ड ऑन द फ्रंट साइड ऑफ कनकेव कर्व। और उसके बाद कन्वर्टेड उल्टी बनती है और यदि साइज की गल करिए एंड बिगर साइज का मैग्नीफाइड क्या कहते हैं, बिगर साइज क्या कहते हैं, बिगर साइज देन ऑब्जेक्ट। ਇਹਦਾ ਸਾਈਜ਼ ਜਿਹੜਾ ਵਾ ऑब्जेक्ट ਤੋਂ ਵੱਡਾ ਹੋਵੇ। अगर ਤੁਹਾਡਾ ऑब्जेक्ट ਦਾ ਸਾਈਜ਼ ਹੈਗਾ 10 सेंटीमीटर, ਇਹ ਹੋਊਗਾ 60 सेंटीमीटर। ठीक है जी, ਇਨਕਰੀਜ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹ ਕਿੱਥੇ ਯੂਜ਼ ਹੁੰਦਾ ਜੀ, ਯੂਜ਼ਰਸ ਦੀ ਗੱਲ ਕਰ ਲਓ। ਇਨ ਫਰੰਟ ਲਾਈਨ ਇਹ ਤੁਹਾਡਾ ਦੇ ਤੁਹਾਡਾ ਯੈਸ ਸਰ, ਉੱਥੇ ਇੱਕ ਲਾਈਨ ਯੂਜ਼ ਹੁੰਦੀ ਹੈ, ਉਹਦੇ ਫਰੰਟ ਲਈ ਜਿਹੜੀ ਲਾਈਨ ਯੂਜ਼ ਹੁੰਦੀ ਹੈ ਉਹਨੂੰ ਉਹਦੇ ਜਿਹੜਾ ਮਿਰਰ ਯੂਜ਼ ਹੁੰਦਾ ਉਹ ਇਹ ਵਾਲਾ ਯੂਜ਼ ਹੁੰਦਾ। ठीक, ये वाली पोजीशन यूज होती है, ये वाली पोजीशन और फ्लड लाइट्स जितना सा लाइट हाउस का की लाइट बड़ी ये हड़ते हड़ा वाली लाइट हाउस नहीं है, लाइट नहीं हां अच्छा होती है। ठीक है, नेक्स्ट देखो जी टैग दा नेक्स्ट ਦੇ ਵਿੱਚ नेक्स्ट टाइप है फोर्थ टाइप। भाई छेती करता ना मैं बुक पढ़ लिया पर बाहर ही समझ में कोई आवे ना लो ਤੁਹਾਡੀ ਗਰੰਟੀ है। चलो ये सारे चैप्टर का निचोड़ है। नेक्स्ट है गाइस पोजीशन ऑफ ऑब्जेक्ट, पोजीशन ऑफ ऑब्जेक्ट ऑन द सेंटर ऑफ कर्वेचर या एट द सेंटर ऑफ कर्वेचर, पोजीशन ऑफ ऑब्जेक्ट एट द सेंटर ऑफ कर्वेचर। और जो सेंटर ऑफ कर्वेचर है वो सी ਨਾਲ नोट करना, बार-बार लिखना जो है ना तो पता लग जाएगा कर्वेचर। सो यदि इथे डायग्राम क्रिएट कर लेते हैं नोट आ जाता है। सो ਇਹਦੇ ਵਿੱਚ ਕਨਕੇਵਰ ड्रा कर लो, आउटर साइड पॉलिश कर लो, इधर साइड लाइनिंग कर दी है, पैरेलल लाइन ड्रा कर लो जो प्रिंसिपल एक्सरसाइज बोलते हैं। ये 4 पॉइंट आ गया साਡਾ, ठीक है जी। इथे प्रिंसिपल फोकस बना लो, एक सेंटर ऑफ कर्वेचर बना लो। सो ਇਹਦੇ ਵਿੱਚ मैं बड़ी बार करवा चुका हूं, ये तो एक चीज बार-बार करा चुका हूं। ये ਜਿਹੜਾ ਸਾਡਾ ऑब्जेक्ट है किथे प्लेस है जी, इस जगह देती है, ठीक है जी। और ਜਿਹੜੀ लाइन जाती है, अगर बड़ी कोई लाइन सेंटर ऑफ कर्वेचर को ड्रा करके जावे, मान लो ਤੁਹਾਡਾ ਇੱਥੇ ऑब्जेक्ट है ना, मान लो ਤੁਹਾਡਾ ये B है, A है, मींस ये ਤੁਹਾਡਾ ऑब्जेक्ट है। यदि इमेज इथे बनूगी तो पोजीशन ऑफ इमेज क्या होगा, देखो जी कोई भी सेंटर ऑफ कर्वेचर तो लाइन ਜਿਹੜੀ ਹੈ टच करके जाती है वो हमेशा सेम पाथ रिट्रेस करती है, वो कोई चेंज नहीं होता। जिथे साडी इंसीडेंट रे है ਉੱਥੇ ਸਾਡੀ रिफ्लेक्टेड रे होगी। ਇਹਦੀ इमेज ਕਿੱਥੇ ਬਣਦੀ, ਇੱਥੇ ਬਣਦੀ, ठीक है जी। अगर ਇਹਦਾ साइज 10 सेंटीमीटर है ना तो फिर ਇਹਦਾ साइज ਕੀ होगा 10 सेंटीमीटर होगा, ਇਹਦਾ साइज भी 10 सेंटीमीटर ही होगा। सो देखो जी ए
AD है, ये बन गई ਤੁਹਾਡੀ A डैश ठीक है जी। ये ਤੁਹਾਡਾ ऑब्जेक्ट आ गया, ये ਤੁਹਾਡਾ इमेज आ गया ठीक है जी। सेम साइड है, ये नोट कर लो सेम साइड। उस तो बाद देखो जी ये इन्वर्टेड है कि करेक्ट है, इन्वर्टेड की उल्टा उल्टी बन गई है। देखो अब बी ऊपर ही नीचे चल रही है, सो इन्वर्टेड ठीक है जी। और कह सकते हैं दोनों फ्रंट साइड से बन केड़ी इमेज होगी, रियल है वर्चुअल रियल ठीक है जी। और नोट कर देना पहले तो पोजीशन ऑफ इमेज नोट करो जी, एट द सेंटर ऑफ सेम पॉइंट पे आ जाती है सेंटर ऑफ कर्वेचर। और सीन है डिवाइड कर देते हैं नेचर ऑफ इमेज का पता लग गया सारा लिखता है इसके बाकी फिर नोट कर लो। पहले तो देखो जी रियल इमेज बनती है क्योंकि इमेज आर प्लेस्ड ऑन फ्रंट साइड ऑफ कैटेगरी, सो ये रियल बनूगी। उल्टा बनती हुई है अनवर्टेड, करेक्ट भी हुई है उस तो बाद साइज इंक्रीज होता है डिक्रीज होता सेम है 10 सेंटीमीटर 10 होगा। तो ले लो जी इक्वल या सेम साइज, इक्वल साइज ऑफ द ऑब्जेक्ट, जो साइज ऑब्जेक्ट का वो साइज साडा कहदा होगा जी इमेज का होगा। अगर ये 10 सेंटीमीटर 10 होगा ठीक है। सो एग्जांपल ले लो जी कितने यूज होती है रिफ्लेक्टिंग मिरर, मेरे लाइट रिफ्लेक्ट करते हैं रिफ्लेक्टिंग मिरर फॉर प्रोजेक्टर लैंप। कोई प्रोजेक्टर लेके आया फिर यस बस उसे यूज होता है रिफ्लेक्ट करता ना लाइट ਉਹਦੇ ਵਿੱਚ ਲਾਈਟ ਜਾਂਦੀ ਹੈ ਕਿ ਸਕਰੀਨ ਤੇ और रिफ्लेक्टिंग मिरर फॉर प्रोजेक्टर लैंप। नहीं देखो कर देखो वीडियो खत्म करके जाओ क्योंकि ना हुआ था मूवी कल को दूसरा ही हुआ था कन्वेक्स का करा पर खबर लेते हैं ना क्या सब नहीं मंडे नेक्स्ट जाऊंगा एक्चुअली जाऊंगा इस वीक का तो फिर एक्सरसाइज कर। चलो जी देखो फिफ्थ नंबर पढ़ लो। ਇਹਦੇ ਵਿੱਚ ਕੀ ਹੈ ਜੀ पोजीशन ऑफ ऑब्जेक्ट बियॉन्ड द सेंटर ऑफ रोटेशन, बियॉन्ड की तक परे दबाया है यस सर, बियॉन्ड द सेंटर ऑफ कर्वेचर। भाई ਇਹਦਾ आंसर भी पिछले वाले ਨੂੰ पर ਜਿਹੜਾ ਪਿਛਲਾ ਉਹਦਾ ਵੇਖਦਾ आंसर ਦੇ ਸਕਦੇ। ਇਹਦੀ ਇਮੇਜ ਕਿੱਥੇ ਬਣੂਗੀ ਵੇਖੋ ਭਲਾ ਕੀ ਹੋਇਆ ਉਹਦਾ ਹੋਊਗਾ ਬਿਲਕੁਲ ਉਹਦਾ ਰੈਸਿਪਰੋਕਲ ਹੋਊਗਾ। ਉਹ ਚ ਕੀ ਇਹਦੀ पोजीशन ऑफ ਜਿਹੜੀ इमेज है वो बढ़ती है बियॉन्ड द सेंटर ऑफ कर्वेचर, बट ਜਿਹੜੀ पोजीशन ऑफ ऑब्जेक्ट ही होगी ਇਹਦੇ ਬਿਟਵੀਨ सेंटर ऑफ कर्वेचर एंड प्रिंसिपल फोकस ਇਦਾਂ ਹੀ ਹੁਣ ਇਹਦੇ ਵਿੱਚ ਆ ਜਾਊਗਾ पोजीशन ऑफ इमेज इज इन बिटवीन सेंटर ऑफ कर्वेचर एंड प्रिंसिपल फोकस, ਉਹਦਾ ਬਿਲਕੁਲ ਆਪੋजिट ਹੋਊਗਾ ਇੱਥੇ ਲੋ ਪਹਿਲਾਂ बट बियॉन्ड द सेंटर ऑफ कर्वेचर ठीक है जी। ਇਹਦੇ ਵਿੱਚ ਕੀ ਹੈ ਜੀ ਉਹਦਾ ਬਿਲਕੁਲ ਰੈਸਿਪਰੋਕਲ ਹੋਊਗਾ। ਇਹਨੂੰ ਨੋਟ ਕਰਦਾ ਹੈ ਕਿ नोट करता है यस सर। पोजीशन ऑफ इमेज इन बिटवीन पोजीशन ऑफ इमेज इन बिटवीन प्रिंसिपल फोकस चेक करना भी सेम ही होगा बिल्कुल प्रिंसिपल फोकस एंड सेंटर ऑफ कर्वेचर। ਜਿਹੜਾ ਉਹ ਥਰਡ ਨੰਬਰ ਦਾ ਪੁਆਇੰਟ ਦੇਖੋ ਉਹਦੇ ਵਿੱਚ ਇਹ ਚੀਜ਼ ਮੇਜਰ ਲਿਖੀ ਹੋਊਗੀ ਬੜਾ ਚੈੱਕ ਕਰ ਲਈਏ ਇੱਕ आ चीज में इधर नहीं होगी थर्ड नंबर पर इन बिटवीन प्रिंसिपल फोकस एंड सेंटर ऑफ कर्वेचर और ये इधर नहीं होगी बियॉन्ड द सेंटर ऑफ कर्वेचर। सो ਇਹਨੂੰ ਆਪਾਂ ਥੋੜਾ ਕਰਕੇ ਵੀ ਐਡਿਟ ਕਰਨਾ ਵੀ ਦੇ ਦਿੰਦੇ ਉਹਦੇ ਬਿਲਕੁਲ ਆਪੋਜ਼ਿਟ ਹੁੰਦਾ ਜੀ। ਸੋ ਇਹਦੇ ਵਿੱਚ ਬਣ ਜੂਗਾ ਤੁਹਾਡਾ ਇੱਥੇ ਡਰਾ ਕਰ ਲਓ ਕੇਵਲ ਡਰਾ ਕਰ ਲਓ ਆਊਟਰ ਸਾਈਡ ਪੋਲਿਸ਼ ਬਣਾ ਲਓ इधर साइड चेंज कर दी है पैरेलल लाइन ड्रा कर दो दैट इज प्रिंसिपल एक्सिस लाइन 4 पॉइंट आ गया, प्रिंसिपल फोकस एफ आ गया, सेंटर ऑफ कर्वेचर सी आ गया। सो ਇਹਦੇ ਵਿੱਚ थर्ड पॉइंट ਦਾ ਬਿਲਕੁਲ ਆਪੋਜ਼ਿਟ ਹੈ। ਇਹਦੇ ਵਿੱਚ ਜਿਹੜਾ पोजीशन ऑफ ऑब्जेक्ट है बियॉन्ड द सेंटर ऑफ कर्वेचर
ये इधर बनता है, ठीक है जी। इतने का लाभ है, ठीक है जी। सो उस तो बाद देखो जी ਇਹਦਾ ਇਵੇਂ ਕਿੱਥੇ ਬਣੂਗਾ ਜੀ? ਚਲੋ ਪੜਾ ਦੇਣਾ ਇਹਦਾ ਜਿਹੜਾ ਇਮੇਜ ਬਣੂਗਾ ਇੱਥੇ ਬਣੂਗਾ, ਇਸ ਜਗ੍ਹਾ ਤੇ ਭਈ ਇੱਥੇ ਬਣੂਗਾ, ਇਸ ਜਗ੍ਹਾ ਤੇ ਇਹਦਾ ਜਿਹੜਾ ਇਮੇਜ ਬਣੂਗਾ ਇੱਥੇ ਬਣੂਗਾ। नोट कर लो ये ਤੁਹਾਡਾ A होगा, ये B डैश होगा, ठीक है जी। ये ਤੁਹਾਡਾ A होगा, B डैश होगा। सो देखो जी पहला तो दसो जी इमेज किहड़ी बनदी पई है? सर रियल बनदी है, क्योंकि इमेज यार प्लेस होगा फ्रंट साइड ऑफ प्लेट पर। सो इमेज जिहड़ी बनदी पई है रियल बनदी पई है। उस तो बाद एक और चीज दसो मैनू, ये नोटेड है कि इन्वर्टेड उल्टी बनती पई है, इस करके इन्वर्टेड। उस तो बाद देखो जी इमेज बनूगी ना जी डिस्मिनिश बनूगी। कह सकते हैं कि ਆਪਾਂ ਜਿਵੇਂ ਹੁਣ ਕਹਿ ਸਕਦੇ ਝੋਲਾ ਜਿਹਾ ਪੈਂਦਾ ਨਾ ਕਿ ਚੀਜ਼ ਦਾ ਪੂਰੀ ਕਰੈਕਟ ਨਹੀਂ ਬਣਦੀ, ਇਹਦਾ ਫੋਕਸ ਇੱਥੇ ਦਿਖਾਈ ਦਿੰਦਾ ਇਸ ਜਗ੍ਹਾ ਤੇ, ਠੀਕ ਹੈ ਜੀ। ਇਹਦਾ ਫੋਕਸ ਜਿਹੜਾ ਵਾ ਇੱਥੇ ਦਿਖਾਈ ਦਿੰਦਾ ਵਾ। ਸੋ ਉਸ ਤੋਂ ਬਾਅਦ ਇਹਦੇ ਦੇਖਦੇ ਹਾਂ ਯੂਜ਼ਰ। तो जो यूजर लेने हैं यूजर भी तो बता देना एक बार वेट करना। एक मिनट एक मिनट सो देखो जी ये किहड़ी बनदी पई है? रियल बनदी पई है। किथों पता लगदा पिया वा? क्योंकि इमेज आर प्लेस्ड ऑन द फ्रंट साइड ऑफ द पेज। इन्वर्टेड बनदी पई उल्टा बनदी पई है। किथों पता लगदा पिया जी? इत्थे देखो जी बी है ऊपरली साइड है, नीचे आ जाती है। उस तो बाद एक देखो जी नाल दे स्मॉलर साइज है ऑब्जेक्ट ਜਾਂ ਫਿਰ ਲੈ ਲਓ ਡਿਮਿਨਿਸ਼, ਇਹਦਾ ਸਾਈਜ਼ ਛੋਟਾ ਹੁੰਦਾ ਜੀ। ऑब्जेक्ट ਦਾ ਸਾਈਜ਼ ਮੰਨ ਲਓ ਇਥੇ 10 ਸੈਂਟੀਮੀਟਰ ਹੈ ਨਾ, ਜਿਹੜੀ ਇਮੇਜ ਆ ਉਹ ਰਹਿ ਜਾਂਦੀ ਹੈ 5 ਸੈਂਟੀਮੀਟਰ, ठीक है जी। कह सकते हैं स्मॉलर देन इमेज साइज आर स्मॉलर देन द ऑब्जेक्ट साइज, या फिर डिमिनिश्ड दे दो। ये तो साइज ਜਿਹੜਾ ਘੱਟ ਹੋ ਜਾਂਦਾ, ਇੱਥੇ ਨੋਟ ਕਰ ਦਿੰਦਾ ਜੀ। ਚੈੱਕ ਕਰੋ ਵੀਡੀਓ, ਇਹਦੇ ਵਿੱਚ ਨੋਟ ਕਰ ਦਿੰਦਾ ਇੱਥੇ ਨੋਟ ਕਰ ਲਓ ਜੀ। ਸਭ ਤੋਂ ਪਹਿਲਾਂ ਦੇਖੋ ਜੀ ਰੀਅਲ ਇਮੇਜ ਬਣਦੀ ਹੈ, ਪਤਾ ਲੱਗਦਾ ਪਿਆ ਤੁਹਾਨੂੰ ਕਿ ਫਰੰਟ ਸਾਈਡ ਆਫ ਇਮੇਜ ਸੌਰੀ ਇਮੇਜ ਆਰ ਪਲੇਸਡ ਔਨ ਦ ਫਰੰਟ ਸਾਈਡ ਆਫ ਦ ਪੇਪਰ। उस तो बाद इन्वर्टेड बनती पई है, उल्टा बनती पई है। उस तो बाद ਇਹਦਾ ਸਾਈਜ਼ ਜਿਹੜਾ ਡਿਗਰੀ ਹੁੰਦਾ ਪਿਆ ਵਾ, ਸੋ ਆਪਾਂ ਕੀ ਲਿਖ ਸਕਦੇ ਆ? smaller size than object size। ਸਾਈਜ਼ ਜਿਹੜਾ ਡਿਗਰੀ ਹੁੰਦਾ ਜੀ ਸਮਾਲ ਹੁੰਦਾ ਪਿਆ ਵਾ, ਜਾਂ ਫਿਰ ਇਹਨੂੰ ਅਦਰ ਵਰਡ ਕਹਿੰਦੇ ਨੇ ਡਿਮਿਨਿਸ਼। ਡਿਮਿਨਿਸ਼ ਹੁੰਦਾ ਜੀ ਘੱਟ ਕਰਨਾ ਡਿਗਰੀਜ਼ करना, ठीक है जी। या फिर इधर देख सकते स्मॉलर साइज है, कह सकते हैं जी इमेज बनती छोटी बनती है एज कंपेयर टू ऑब्जेक्ट साइज। जब लिखा है 10 सेंटीमीटर टू 5 सेंटीमीटर रह जाती है। एप्लीकेशन पता जी, एप्लीकेशन यदि एप्लीकेशन नहीं देती है, यदि एप्लीकेशन नहीं देती है, सही जी। तो उस तो बाद देखो जी लास्ट वाला है जी 6 टाइप है और आई लास्ट टाइप है, और उस तो बाद होती है भाई 6
इस सीरियल नंबर पा लो और देखो जी पोजीशन ऑफ ऑब्जेक्ट भाई ये वो जड़ा वो वाला मिरर दे जेड़ा पिछों होगा सानू जो गड्डी दे लगा होगा और वो गड्डी आउंदी है सब पता लगदा ना ये रियल व्यू मिरर वाला दस ਇਹਦੇ ਵਿੱਚ ਜੋ पोजीशन ऑफ ऑब्जेक्ट की होगा एट इनफिनिटी भाई ਇਹਦੇ ਵਿੱਚ ਤੁਹਾਨੂੰ ਸੈਕੰਡ ਟਾਈਪ ਕਰਾਈ ਉਹਦਾ ਰੈਸਿਪਰੋਕਲ ਹੈ ਉਲਟਾ ਹੈ दो नंबर ਤੇ ਕਰਵਾਇਆ ਹੈ करवाया है ना ਉਹਦਾ ਬਿਲਕੁਲ ਉਲਟਾ ਹੋਊਗਾ ਇੱਥੇ ਇਹ ਕੀ ਹੈ ਪੋਜੀਸ਼ਨ ਆਫ ਆਬਜੈਕਟ ਇਨਫਿਨਿਟੀ ਹੈ ਉਹ ਜੇ ਲਿਖਿਆ ਹੋਊਗਾ ਪੋਜੀਸ਼ਨ ਆਫ ਇਮੇਜ ਜਿਹੜੀ ਹੈ ਇਨਫਿਨਿਟੀ ਹੈ ਇਹਦਾ ਦਾ ਹੋਇਆ ਹੁਣ ਇਹਦੇ ਵਿੱਚ ਇਹ ਤਾਂ ਦੇਖ ਲਓ ਪੋਜੀਸ਼ਨ ਆਫ ਇਮੇਜ ਆਰ ਪਲੇਸਡ ਔਨ the at the principal focus ਇਹ ਹੋਰ ਹੋਇਆ ਦੇਖੋ ਇਹਦੇ ਵਿੱਚ ਉਧਰ ਮੈਂ पोजीशन ऑफ ऑब्जेक्ट है लिखी हुई एट प्रिंसिपल फोकस एफ जहां पर एंड प्रिंसिपल प्लेन एक मिनट और बारे में और फोकल प्लेन और in the focal plane देखो जी बिल्कुल सेकंड टाइप का रेसिप्रोकल है की पोजीशन ऑफ ऑब्जेक्ट ਜਿਹੜੀ ਮੈਂ ਕੀ ਲਈ ਉਹਦੇ ਜੋ पोजीशन ऑफ ऑब्जेक्ट ਲਈ ਮੈਂ ਐਟ ਦਾ प्रिंसिपल फोकस और in the focal plane और ਜਿਹੜੀ ਇਹਦੀ ਇਮੇਜ ਬਣਦੀ ਉਹ ਬਣਦੀ ਇਨਫਿਨਿਟੀ ਤੇ ਉਹਦਾ ਬਿਲਕੁਲ ਉਲਟਾ ਇਧਰ ਹੈ ਜੀ 6th ਨੰਬਰ ਦੇਖੋ ਜੀ पोजीशन ऑफ ऑब्जेक्ट एट इनफिनाइट और पोजीशन ऑफ इमेज एट द प्रिंसिपल फोकस और in the focal plane और फोकल प्लेन को ਤੁਹਾਨੂੰ ਬਣਾ ਕੇ ਦੱਸ ਦਿੰਦਾ ਇੱਕ ਕੀ ਹੁੰਦਾ ਵਾ ਸੋ ਉਸ ਤੋਂ ਬਾਅਦ ਦੇਖੋ ਜੀ ਇਹਦੀ ਆਪਾਂ ਡਾਇਗਰਾਮ ਕ੍ਰੀਏਟ ਕਰ ਲੈਂਦੇ ਹਾਂ ਸੋ ਡਾਇਗਰਾਮ ਵਾਸਤੇ ਸਭ ਤੋਂ ਪਹਿਲਾਂ ਹੀ ਕਨਕੇਵਰ ਬਣਾ ਲਾਂਗੇ ਆਊਟਰ ਸਾਈਡ ਪੋਲਿਸ਼ਡ ਹੈ ਇਨਰ ਸਾਈਡ ਸ਼ਾਈਨਿੰਗ ਹੈ ਸੈਂਟਰ ਦੇ ਵਿੱਚ ਪੈਰਲਲ ਲਾਈਨ ਬਣਾ ਦਿੱਤੀ ਹੈ ਜਿਹਨੂੰ ਬੋਲਦੇ ਆ ਪ੍ਰਿੰਸੀਪਲ ਐਕਸਿਸ ਲਾਈਨ ਪੋਲ ਪੁਆਇੰਟ ਆ ਗਿਆ ਪ੍ਰਿੰਸੀਪਲ ਫੋਕਸ ਆ ਗਿਆ ਸੈਂਟਰ ਆਫ ਕਰਵੇਚਰ ਆ ਗਿਆ ਔਰ ਫੋਕਲ ਪਲੇਨ ਕਿਹੜਾ ਹੁੰਦਾ ਜੀ ਤੁਹਾਨੂੰ ਦੱਸ ਸਕਦਾ ਫੋਕਲ ਪਲੇਨ एक मिनट जी आ साडा फोकल इधर देखो जी प्रिंसिपल फोकस है इधर ते परपेंडिकुलर लाइन ड्रा कर रहे हैं प्रिंसिपल एक्सिस जेड़ा हमारा फोकल पॉइंट है ओदे उत्ते जेडी साडी प्रिंसिपल एक्सिस लाइन है ओदे नाल 90 डिग्री ते एक लाइन ड्रा कर रही है भाई एक बार फिर देख लो जी ये साडा प्रिंसिपल फोकस पॉइंट है सेंटर ऑफ कर्वेचर है जेडी साडी प्रिंसिपल एक्सिस लाइन है ओदे उत्ते बिल्कुल 90 डिग्री ते फोकस पॉइंट ते एक लाइन ड्रा करनी है जेडी 90 डिग्री एंगल क्रिएट होनी है परपेंडिकुलर लाइन है और इनको बोल देते हैं फोकल प्लेन ठीक है जी आड़ा देखा है और एक फोकल प्लेन बनता है केड़े पॉइंट देते हैं इट इज प्लेस्ड ऑन द फोकस पॉइंट और इट कैन क्रिएट एंगल विद प्रिंसिपल एक्सिस लाइन एट 90 डिग्री या इट इज परपेंडिकुलर विद प्रिंसिपल एक्सिस लाइन ਜਿਹੜੀ ਸਾਡੀ ਪ੍ਰਿੰਸੀਪਲ ਐਕਸਿਸ ਲਾਈਨ ਹੈ ਉਹਦੇ ਨਾਲ 90 ਡਿਗਰੀ ਕ੍ਰੀਏਟ ਕਰਦਾ ਉਹ ਪਰਪੈਂਡੀਕੁਲਰ ਹੈ ਔਰ ਬਣਦਾ ਕਿਹੜੇ ਪੁਆਇੰਟ ਦਿੱਤੇ ਆ ਇਟ ਇਜ਼ ਪਲੇਸਡ ਔਨ ਦਾ ਪ੍ਰਿੰਸੀਪਲ ਫੋਕਸ ਪੁਆਇੰਟ ਸੋ ਇਹਦਾ ਬਿਲਕੁਲ ਆਪੋਜ਼ਿਟ ਹੈ ਔਰ ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਜਿਹੜਾ ਆਬਜੈਕਟ ਹੈ ਸਾਨੂੰ ਪਤਾ ਕਿੱਥੇ ਹੈ ਇਧਰੋਂ ਲਾਈਨ ਤੇ ਆਉਂਦੀ ਨਹੀਂ ਇਹਦੇ ਨਾਲ ਟੱਚ ਕਰਦੀ ਹੈ ਔਰ ਇਹ ਕਿੱਥੇ ਬਣਦੀ ਪਈ ਹੈ ਇਸ ਜਗ੍ਹਾ ਤੇ ਬਣਦੀ ਹੈ ਠੀਕ ਹੈ ਜੀ ਇੱਥੇ ਸਾਡਾ ਆਬਜੈਕਟ ਹੈ ਸਾਨੂੰ ਨਹੀਂ ਪਤਾ ਕਿੱਦਾਂ ਦਾ ਹੈਗਾ ਇੱਥੇ ਇਮੇਜ ਬਣਦੀ ਹੈ ਸੋ ਇਹ ਕਿਹੜੀ ਇਮੇਜ ਬਣੂਗੀ ਦੱਸੋ ਮੈਨੂੰ ਸਰ ਇਹ ਪੱਕਾ ਯੈਸ ਸਰ ਹੋਰ ਵੀ ਕੋਈ ਹੋਰ ਕੀ ਚੀਜ਼ ਆਊਗਾ ਇਹਦੇ ਵਿੱਚ ਇੱਥੇ ਬਣੂਗੀ ਉਲਟਾ ਬਣੂਗੀ ਚਲੋ ਕਰਕੇ ਬਾਅਦ ਇਹਨੂੰ ਮੈਂ ਬਣਾ ਦਈਏ ਜਰਾ ਦੇਖੋ ਜੀ ਇਧਰੋਂ ਕੋਈ ਲਾਈਨ ਨਹੀਂ ਨਜ਼ਰ ਨਹੀਂ ਆਉਂਦੀ ਪਈ ਹੈ ਬਿਲਕੁਲ ਸਾਡੀ ਜਿਹੜੀ ਪ੍ਰਿੰਸੀਪਲ ਐਕਸਿਸ ਲਾਈਨ ਉਹਦੇ ਪੈਰਲਲ ਯੈਸ ਸਰ ਇਥੋਂ ਟੱਚ ਕਰਕੇ ਇਹਨੂੰ ਟੱਚ ਕਰਕੇ ਦਿੰਦੀ ਹੈ ਯੈਸ ਸਰ ਇੱਥੇ ਇਮੇਜ ਬਣੂਗੀ ਠੀਕ ਹੈ ਜੀ ਹੁਣ ਮੰਨ ਲਓ ਕਿ ਇਹ ਆਬਜੈਕਟ ਹੈ ਸਾਡਾ ਇਨਫਾਈਨਾਈਟ ਤੇ ਹੈ ਤੁਹਾਨੂੰ ਪਤਾ ਹੈ ਯੈਸ ਸਰ ਹੁਣ ਮੈਨੂੰ ਦੱਸੋ ਫਿਰ ਕਿਹੜੀ ਬਣਦੀ ਹੈ ਪਹਿਲਾਂ ਦੱਸੋ ਰੀਅਲ ਬਣਦੀ ਹੈ ਯੈਸ ਸਰ ਕਿਉਂਕਿ फ्रंट साइड ऑफ द कर्वेचर है तो रियल होगी कन्वर्टेड करेक्ट उल्टा बनती गई है थले बनती गई है तो कन्वर्टेड
साइज दसो साइज की इंक्रीज के डिक्रीज सर्टिफिकेट नहीं यार जाने करो इंक्रीज करो साइज ਉਹਦਾ ਉਲਟਾ ਵੇਖੋ ਕੀ ਹੈ चलो नोट करो जी साइज का डिक्रीज होता है छोटा ही होता है नोट करो एक्सट्रीमली स्मॉलर देन ऑब्जेक्ट साइज यहां पर क्या सकते हैं एक्सट्रीमली डिमिनिश्ड एक्सट्रीमली डिमिनिश्ड देखो ਜਿਹੜਾ ऑब्जेक्ट साइज ਉਹਦਾ ਸਾਈਜ਼ ਘੱਟ ਹੋ ਜਾਂਦਾ ਵਾ ਇਹਦੇ ਵਿੱਚ ਕੀ ਹੈ ਜਿਹੜਾ ऑब्जेक्ट ਸਾਡਾ ਇਨਫਾਈਨਾਈਟ ਤੇ ਆ ਜਦੋਂ ਵੀ ਇਹਦੇ ਨਾਲ ਲਾਈਟ ਜਿਹੜੀ ਇੰਸੀਡੈਂਟ ਹੁੰਦੀ ਹੈ ਸਾਡੇ ਕਿਹਨੂੰ ਟੱਚ ਕਰਦੀ ਜਾਂਦੀ ਹੈ ਫੋਕਸ ਪ੍ਰਿੰਸੀਪਲ ਫੋਕਸ ਜਾਂ ਫਿਰ ਫੋਕਲ ਪਲੇਨ ਕੀ ਹੁੰਦਾ ਜੀ ਇਟ ਇਜ਼ ਪਲੇਸਡ ਔਨ ਦਾ ਪ੍ਰਿੰਸੀਪਲ ਫੋਕਸ ਪੁਆਇੰਟ ਔਰ ਇਟ ਇਜ਼ ਪਰਪੈਂਡੀਕੂਲਰ ਟੂ ਦਾ ਪ੍ਰਿੰਸੀਪਲ ਐਕਸਿਸ ਲਾਈਨ ਉਹਦੇ ਨਾਲ 90 ਡਿਗਰੀ ਰੇਟ ਕਰਦਾ ਸੋ ਇਹ ਇੱਥੇ ਬਣਦੀ ਹੈ ਰੀਅਲ ਬਣਦੀ ਹੈ ਕਿਉਂਕਿ ਇਮੇਜ ਆਰ ਪਲੇਸਡ ਔਨ ਦਾ ਫਰੰਟ ਸਾਈਡ ਆਫ ਦ ਪੇਜ और इट इज सेम साइड ऑफ ऑब्जेक्ट सो इस करके सेम साइड है रियल है फ्रंट साइड है रियल है उल्टी बनती हुई है इन्वर्टेड है और इथे जेड़ा इमेज साइज है वो डिक्रीज होता वा कह सकते हैं एक्सट्रीमली डिमिनिश्ड होता वा एक्सट्रीम ऑब्जेक्ट साइज आर एक्सट्रीमली स्मॉलर देन ऑब्जेक्ट या फिर ऑब्जेक्ट साइज आर एक्सट्रीमली सॉरी इमेज साइज आर एक्सट्रीमली डिमिनिश्ड या फिर इमेज साइज आर एक्सट्रीमली स्मॉलर देन द ऑब्जेक्ट साइज मीन जेड़ा इमेज साइज है घट जाता है अगर इथे ऑब्जेक्ट का साइज को ज्यादा वा तो साइज डिक्रीज हो जाता है एप्लीकेशन देख लो बड़ी नोट कर लो खत्म करिए सो फर्स्ट वन यदि एप्लीकेशन नोट कर लो यस सर टू कलेक्ट heat radiation from sun in solar cooker in solar coil कह सकते हैं देखो जी सनलाइट आती है कितों आती है जी सन तो वो सारी कलेक्ट करते हैं सोलर डिवाइस में कलेक्ट करते हैं कहते थ्रू करते हैं जी ये वाले मिरर के थ्रू ये केड़ा मिरर है जी जेड़ा ऑब्जेक्ट साडा इन्फिनिटी ते है उस तरह दा सन बहुत दूर है इस करके